ਸਤਿਕਾਰਯੋਗ ਸਰੋਤਾਜਨ, ਜੈ ਇਨਸਾਨੀਅਤ। ਅੱਜ ਤੁਹਾਡੇ ਸਾਹਮਣੇ ਅਸੀਂ ਸ਼ੀਸ਼ਾ ਟੀਵੀ ਵੱਲੋਂ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਸਾਹਿਬ ਜੀ ਨੂੰ ਸਨਮੁਖ ਕਰ ਰਹੇ ਹਾਂ। ਸਾਰੇ ਜਾਣਦੇ ਹਨ ਕਿ ਉਹ ਸਿੱਖ ਵਿਦਵਾਨ ਹਨ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਦਰਜਨਾਂ ਹੀ ਕਿਤਾਬਾਂ ਸਿੱਖ ਇਤਿਹਾਸ ਬਾਰੇ, ਧਰਮ ਬਾਰੇ ਬਹੁਤ ਅੱਛੀ ਬਿਆਨਬਾਜ਼ੀ ਕੀਤੀ ਹੈ। ਅਤੇ ਅੱਜ ਕੱਲ੍ਹ ਉਹ YouTube ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰੰਟ ਮਸਲੇ ਦੀਆਂ ਜਾਂ ਇਤਿਹਾਸ ਦੀਆਂ ਵਰਣਨ ਕਰਦੇ ਰਹਿੰਦੇ ਹਨ। ਅਤੇ ਸਾਨੂੰ ਅੱਜ ਮਾਣ ਪ੍ਰਾਪਤ ਹੋਇਆ ਹੈ ਕਿ ਉਹ ਅਦਾਰਾ ਸ਼ੀਸ਼ਾ ਟੀਵੀ ਉਹ ਤੁਹਾਡੇ ਸਨਮੁਖ ਕਰਨ ਲਈ ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਅਤੇ ਅੱਜ ਅਸੀਂ ਉਹਨਾਂ ਨੂੰ ਕੁਝ ਸਵਾਲ ਕਰਾਂਗੇ ਅਤੇ ਉਹਦਾ ਜਵਾਬ ਘੱਗਾ ਸਾਹਿਬ ਪਹਿਲਾਂ ਦੀ ਤਰ੍ਹਾਂ ਵਿਦਵਤਾ ਸਹਿਤ ਦੇਣਗੇ। ਘੱਗਾ ਸਾਹਿਬ ਜੀ, ਵਿਸਾਖੀ ਬਾਰੇ ਦੱਸੋ ਜੀ। ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਇਸ ਦਿਨ ਦੀ ਚੋਣ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਕੀਤੀ। ਉਹ ਗੁਰੂ ਨਾਨਕ ਸਾਹਿਬ ਦਾ ਜਨਮ ਦਿਵਸ ਸੀ। ਉਸ ਨੂੰ ਉਹਨਾਂ ਨੇ ਪੰਜ ਪਿਆਰੇ ਸਾਜਣੇ ਜਾਂ ਖਾਲਸਾ ਪੰਥ ਤਿਆਰ ਕਰਨਾ, ਸਿੱਖ ਫੌਜ ਤਿਆਰ ਕਰਨੀ, ਇਹਦੇ ਵਾਸਤੇ ਚੋਣ ਕੀਤੀ ਹੈ। ਕਿਉਂਕਿ ਇਦੋਂ ਵਧੀਆ ਦਿਨ ਹੋਰ ਕਿਹੜਾ ਹੋ ਸਕਦਾ ਜਿਹੜੀ ਆਪਾਂ ਤਰੀਕ ਨਿਸ਼ਚਿਤ ਕਰਦੇ ਹਾਂ। ਭਾਵ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਸ਼ੁਰੂ ਹੋਈ ਇਹ ਲਹਿਰ ਤੇ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਸੰਪੂਰਨ ਦੀਆਂ ਸਿਖਰਾਂ ਤੇ ਪਹੁੰਚਾ ਦਿੱਤਾ। ਰਹੀ ਗੱਲ ਪੰਜ ਪਿਆਰਿਆਂ ਦੇ ਸਾਜਣ ਦੀ ਜਾਂ ਖਾਲਸਾ ਪੰਥ ਸਾਜਣ ਦੀ, ਉਹਦੇ ਬਾਰੇ ਜਿੱਥੋਂ ਤੱਕ ਮੈਂ ਹੁਣ ਤੱਕ ਸਟੱਡੀ ਕੀਤੀ ਹੈ ਉਹ ਇਹ ਹੈ ਕਿ ਪੰਜੇ ਪਿਆਰੇ ਭਾਰਤ ਦੇ ਵੱਖੋ ਵੱਖਰੇ ਇਲਾਕਿਆਂ ਦੇ ਵੱਖੋ ਵੱਖਰੇ ਸੂਬਿਆਂ ਤੋਂ ਆਏ ਹੋਏ ਸੀ। ਉਹਨਾਂ ਦੀਆਂ ਬੋਲੀਆਂ ਵੀ ਅਲੱਗ ਸੀ ਤੇ ਉਹਨਾਂ ਦੀਆਂ ਜਾਤਾਂ ਵੀ ਅਲੱਗ ਸੀ। ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਉਹ ਬਹੁਤ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਕੋਲੇ ਜਾਂ ਉਦੋਂ ਪਹਿਲਾਂ ਦੇ ਗੁਰੂ ਸਾਹਿਬਾਨਾਂ ਕੋਲੇ ਉਹਨਾਂ ਦੇ ਮਾਤਾ ਪਿਤਾ ਆ ਚੁੱਕੇ ਹੋਏ ਸਨ। ਉਹ ਪੰਜਾਬੀ ਵੀ ਜਾਣਦੇ ਸਨ ਤੇ ਉਹਨਾਂ ਨੇ ਗੁਰਮਤ ਨੂੰ ਵੀ ਗੁਰੂ ਸਾਹਿਬ ਕੋਲੇ ਲੈ ਕੇ ਪੜ੍ਹ ਸਮਝ ਸਿੱਖ ਲਿਆ ਸੀ। ਤੇ ਜਦੋਂ ਉਹ ਪੂਰੀ ਤਰ੍ਹਾਂ ਤਿਆਰ ਹੋ ਗਏ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ 1699 ਦੀ ਵਿਸਾਖੀ ਵਾਲੇ ਦਿਨ ਬਕਾਇਦਾ ਸਾਰਾ ਕੁਝ ਸਮਝਾ ਕੇ ਥਾਂ ਥਾਈਂ ਬਿਠਾਇਆ ਤੇ ਉੱਥੇ ਇਹ ਯਾਦ ਰਵੇ ਇਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਕੋਈ ਬ੍ਰਾਹਮਣ ਖੜਾ ਨਹੀਂ ਹੋਇਆ। ਕਾਰਨ ਉਹਦਾ ਇਹ ਹੈ ਕਿ ਬ੍ਰਾਹਮਣ ਏਡੀ ਛੇਤੀ ਜਾਤ ਪਾਤ ਨੂੰ ਤੋੜ ਕੇ ਬਰਾਬਰ ਨਹੀਂ ਆਉਣਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਉੱਚਾ ਮੰਨਦਾ ਸੀ ਤੇ ਉਹਨਾਂ ਨੇ ਉਹ ਲਏ ਨੇ ਜਿਹੜੇ ਕਿ ਲੋਕਾਂ ਨੂੰ ਲਗਭਗ ਪ੍ਰਵਾਨ ਸੀ। ਭਾਵ ਕਿ ਨਾਈ, ਧੋਬੀ, ਛਿੰਬਾ, ਇੱਕ ਜੱਟ ਵਿੱਚ ਇਹ ਪੰਜ ਪਿਆਰੇ ਬਣਾਏ। ਤੇ ਇੱਥੇ ਇਹ ਵੀ ਯਾਦ ਰਵੇ ਇਹਨਾਂ ਬਕਾਇਦਾ ਪੰਜਾਂ ਨੂੰ ਹੀ ਨਹੀਂ ਬਲਕਿ ਜਦੋਂ ਵੀ ਖੰਡੇ ਕੀ ਪਹੁਲ ਦਿੱਤੀ ਗਈ ਹੈ ਇਹਨਾਂ ਨੂੰ ਪਹਿਲਾਂ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੇ ਕੇ ਤਿਆਰ ਕਰਕੇ ਘੋੜਸਵਾਰੀ ਕਰਨੀ, ਹਥਿਆਰ ਚਲਾਉਣੇ ਸਿਖਾਉਣੇ ਤੇ ਆਪ ਲੰਗਰ ਵਗੈਰਾ ਤਿਆਰ ਕਰਨਾ, ਆਪਣਾ ਜੇ ਕੱਪੜਾ ਲੀੜਾ ਫਟ ਗਿਆ ਉਹਦੀ ਮੁਰੰਮਤ ਕਰਨੀ। ਇਹ ਸਾਰੀਆਂ ਚੀਜ਼ਾਂ, ਜੇ ਕੋਈ ਜ਼ਖਮੀ ਹੋ ਗਿਆ ਉਹਨੂੰ ਮੱਲਮ ਪੱਟੀ ਕਿਵੇਂ ਕਰਨੀ ਹੈ ਤੇ ਮੁਸ਼ਕਲਾਂ ਮੁਸੀਬਤਾਂ ਦੇ ਵਿੱਚ ਕਿਵੇਂ ਅਡੋਲ ਰਹਿਣਾ ਹੈ, ਹਥਿਆਰ ਕਿਵੇਂ ਸੰਭਾਲਣੇ ਨੇ ਤੇ ਕਿਵੇਂ ਉਹਨਾਂ ਦੀ ਵਰਤੋਂ ਕਰਨੀ ਹੈ, ਕੌਣ ਦੁਸ਼ਮਣ ਹੈ ਤੇ ਕੌਣ ਸਾਡਾ ਆਪਣਾ ਹੈ, ਇਹ ਸਾਰੀਆਂ ਚੀਜ਼ਾਂ ਪਹਿਲਾਂ ਬਕਾਇਦਾ ਉਹਨਾਂ ਨੂੰ ਫੌਜੀਆਂ ਵਾਂਗੂ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਗਿਆ। ਤੇ ਫਿਰ ਗੁਰੂ ਸਾਹਿਬ ਨੇ ਜਦੋਂ ਆਵਾਜ਼ ਦਿੱਤੀ ਪੰਜਾਂ ਪਿਆਰਿਆਂ ਨੂੰ ਕਿ ਮੈਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਇਹਦਾ ਭਾਵ ਸੀ ਉਹ ਸਾਹਮਣੇ ਆਇਓ ਜਿਹੜਾ ਕਿ ਜਾਨ ਤਾਂ ਭਾਵੇਂ ਚਲੀ ਜਾਵੇ ਪਰ ਉਹ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਠ ਦੇ ਕੇ ਨਾ ਭੱਜੇ, ਆਪਣੇ ਲੋਕਾਂ ਨੂੰ ਧੋਖਾ ਨਾ ਦੇਵੇ। ਕਿਉਂਕਿ ਉਹਨਾਂ ਸਮਿਆਂ 'ਚ ਹੋਰ ਕੋਈ ਸਾਡੇ ਆਮ ਸਮਾਜ ਦੀ ਰਾਖੀ ਕਰਨ ਵਾਲਾ ਨਹੀਂ ਸੀ। ਦੁਸ਼ਮਣ ਚਾਰੇ ਪਾਸੇ ਹਰਲ ਕਰਦੇ ਫਿਰਦੇ ਸੀ। ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਨਹੀਂ ਸੀ, ਸਗੋਂ ਬੇਪਤੀ ਹੋ ਰਹੀ ਸੀ, ਦੇਸ਼ ਉਜੜ ਰਿਹਾ ਸੀ ਤੇ ਲੋਕਾਂ ਨੂੰ ਬਿਨਾਂ ਕਸੂਰਾਂ ਤੋਂ ਮਾਰਿਆ ਜਾ ਰਿਹਾ ਸੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਿਖਰਲੀ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਜਾਤ ਪਾਤ ਨੂੰ ਤੋੜ ਕੇ ਟ੍ਰੇਨਿੰਗ ਦੇ ਕੇ ਇਹ ਇੱਕ ਫੌਜ ਭਰਤੀ ਕੀਤੀ ਸੀ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਲੋਕਾਂ ਦੀ ਰਾਖੀ ਕਰ ਸਕੀਏ ਤੇ ਸਾਰੇ ਨਿਡਰਤਾ ਦੇ ਨਾਲ ਅੱਗੇ ਵਧਦੇ ਜਾਈਏ ਤੇ ਇਹ ਜ਼ੁਲਮੀ ਰਾਜ ਨੂੰ ਆਪਾਂ ਖਤਮ ਕਰਦੇ ਜਾਈਏ। ਇਸ ਤਰ੍ਹਾਂ ਇਹ 1699 ਦੀ ਜਿਹੜੀ ਵਿਸਾਖੀ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਿੱਖ ਪੰਥ ਦੀ, ਖਾਲਸਾ ਪੰਥ ਦੀ, ਪੰਜਾਂ ਪਿਆਰਿਆਂ ਵਾਲੀ ਅਤੇ ਖੰਡੇ ਕੀ ਪਹੁਲ ਦੀ ਜਿਹੜੀ ਪਰੰਪਰਾ ਤੋਰੀ ਹੈ ਇਹ ਉਦੋਂ ਤਾਂ ਤੋਰੀ ਹੈ। ਹਾਂਜੀ ਪ੍ਰੋਫੈਸਰ ਸਾਹਿਬ ਜੀ, ਇਹ ਦੱਸੋ ਕਿ ਉਸ ਵੇਲੇ ਅੰਮ੍ਰਿਤ ਛਕਾਇਆ ਗਿਆ
ਕੀ ਅੰਮ੍ਰਿਤ ਇਦਾਂ ਸ਼ਬੀਲ ਵਾਂਗੂ ਛਕਾਇਆ ਗਿਆ ਜਾਂ ਕਿ ਕੋਈ ਚੋਣਵੇਂ ਬੰਦਿਆਂ ਨੂੰ ਹੀ ਛਕਾਇਆ ਗਿਆ? ਇਹਦੇ ਬਾਰੇ ਥੋੜਾ ਜਿਹਾ ਬਿਆਨ ਦਿਓ। ਇੱਥੇ ਜੀ ਬਹੁਤ ਇਹ ਤੁਸੀਂ ਵਧੀਆ ਸਵਾਲ ਕੀਤਾ, ਨੋਟ ਕਰਨ ਵਾਲੀ ਗੱਲ ਹੈ। ਇੱਕ ਤਾਂ ਉਹਦੇ ਵਿੱਚ ਬੱਚੇ ਨਹੀਂ ਆਏ, ਕਿਉਂਕਿ ਬੱਚੇ ਜੰਗ ਯੁੱਧ ਨਹੀਂ ਲੜ ਸਕਦੇ ਹੁੰਦੇ। ਜਿਵੇਂ ਬਾਲਗ ਆਪਾਂ ਕਹਿੰਦੇ ਆ, ਅੱਜ ਵੀ ਪੁਲਿਸ ਦੇ ਵਿੱਚ ਜਾਂ ਫੌਜ ਦੇ ਵਿੱਚ ਬਾਲਗ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ, ਤੇ ਫਿਰ ਜਿਹੜੇ ਉਮਰ ਜ਼ਿਆਦਾ ਵਿਆਹ ਗਈ, ਲਗਭਗ 40 ਸਾਲ ਤੋਂ ਉੱਪਰ ਦੇ, ਉਹਨਾਂ ਨੂੰ ਵੀ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਭਰਤੀ ਨਹੀਂ ਕੀਤਾ ਜਾਂਦਾ। ਤੇ ਗੁਰੂ ਗੋਬਿੰਦ ਸਿੰਘ ਨੇ ਵੀ ਇਹ ਫੌਜ ਤਿਆਰ ਕਰਨੀ ਸੀ, ਇਹਦੇ ਵਿੱਚ ਬੱਚੇ ਨਹੀਂ ਭਰਤੀ ਕੀਤੇ ਗਏ, ਇਹਦੇ ਵਿੱਚ ਔਰਤਾਂ ਵੀ ਉਦੋਂ ਭਰਤੀ ਨਹੀਂ ਕੀਤੀਆਂ ਗਈਆਂ ਤੇ ਬੁੱਢੇ ਵੀ ਭਰਤੀ ਨਹੀਂ ਕੀਤੇ ਗਏ। ਪੰਜ ਪਿਆਰੇ ਵੀ 25 ਸਾਲ ਤੋਂ ਲੈ ਕੇ 35 ਸਾਲ ਦੇ ਵਿਚਕਾਰ ਇਹਨਾਂ ਦੀ ਉਮਰ ਸੀ, ਤੇ ਬਾਕੀ ਵੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਖੰਡੇ ਕੀ ਪਹੁਲ ਲਈ ਹੈ ਉਹ ਵੀ ਲਗਭਗ ਨੌਜਵਾਨ ਸੀ। ਤੇ ਔਰਤਾਂ ਬਾਰੇ ਸਵਾਲ ਉੱਠ ਸਕਦਾ ਹੈ ਵੀ ਔਰਤਾਂ ਨੂੰ ਉਹਨਾਂ ਨੇ ਬਰਾਬਰਤਾ ਨਹੀਂ ਦਿੱਤੀ। ਔਰਤਾਂ ਨੂੰ ਬਰਾਬਰਤਾ ਦਿੱਤੀ ਹੈ ਗੁਰਬਾਣੀ ਦੇ ਰਾਹੀਂ, ਪਰ ਗੱਲ ਇਹ ਹੈ ਕਿ ਔਰਤਾਂ ਤਾਂ ਹੁਣ ਤੱਕ ਵੀ ਭਾਰਤ ਸਰਕਾਰ ਨੂੰ ਸੁਪਰੀਮ ਕੋਰਟ ਨੇ ਹੁਕਮ ਦੇ ਕੇ ਇਹ ਕਿਹਾ ਕਿ ਔਰਤਾਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਬਰਾਬਰ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ। ਤਾਂ ਭਾਰਤ ਸਰਕਾਰ ਨੇ ਇਸ ਹੁਕਮ ਨੂੰ ਮੰਨਿਆ, ਨਹੀਂ ਤਾਂ ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਔਰਤਾਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਦੀ ਆਗਿਆ ਨਹੀਂ ਸੀ। ਤੇ ਉਦੋਂ ਉਹਨਾਂ ਜ਼ਮਾਨਿਆਂ 'ਚ 300 - 350 ਸਾਲ ਪਹਿਲਾਂ ਜਦੋਂ ਸਮਾਜ ਬਹੁਤ ਪਛੜਿਆ ਹੋਇਆ ਸੀ, ਘਰੋਂ ਨਿਕਲਣ ਦਾ ਔਰਤਾਂ ਦਾ ਅਪਮਾਨ ਹੋ ਜਾਂਦਾ ਸੀ, ਤੇ ਉਹਨਾਂ ਜ਼ਮਾਨਿਆਂ 'ਚ ਫੌਜ ਦੇ ਵਿੱਚ ਭਰਤੀ ਹੋਣਾ ਅਸੰਭਵ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਨੇ ਔਰਤਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕੀਤਾ, ਬੁੱਢਿਆਂ ਨੂੰ ਅਤੇ ਬੱਚਿਆਂ ਨੂੰ, ਜ਼ਖਮੀਆਂ ਨੂੰ, ਅਪਾਹਜਾਂ ਨੂੰ ਫੌਜ 'ਚ ਭਰਤੀ ਨਹੀਂ ਕੀਤਾ, ਕਿਉਂਕਿ ਫੌਜ ਦੇ ਵਿੱਚ ਤੰਦਰੁਸਤ, ਹੱਟੇ-ਕੱਟੇ ਅਤੇ ਨੌਜਵਾਨ ਸਿਹਤਮੰਦ ਹੀ ਹੋਣੇ ਚਾਹੀਦੇ ਨੇ, ਉਹੀ ਲੜਾਈ ਲੜ ਸਕਦੇ ਨੇ। ਹਾਂਜੀ, ਇਸ ਦਾ ਮਤਲਬ ਇਹ ਹੋਇਆ ਜੀ ਕਿ ਜਿਹੜਾ ਅੱਜ ਦਾ ਸਮਾਂ ਹੈ, ਤੇ ਅੱਜ ਤਾਂ ਜੇ ਅਸੀਂ ਕਹੀਏ ਵੀ ਜਿਹੜੀ ਕੋਈ ਅੰਮ੍ਰਿਤ ਛਕਾਉਣ ਵਾਲੇ ਵੀ ਜਿਹੜੇ ਸੱਜਣ ਭਾਈ ਹੁੰਦੇ ਆ, ਉਹ ਉਸ ਪੱਧਰ ਦਾ ਤਾਂ ਨਹੀਂ ਨਾ, ਨੇੜੇ ਵੀ ਨਹੀਂ ਗੁਰੂ ਸਾਹਿਬ ਦੇ, ਆਪਾਂ ਅੰਗ ਸੰਗ ਵੀ ਨਹੀਂ ਉਹਨਾਂ ਨੂੰ ਮੰਨਿਆ ਜਾ ਸਕਦਾ। ਤੇ ਪਰ ਜਦੋਂ ਉਹ ਇਹਦਾ ਮਤਲਬ ਵੀ ਨਕਲ ਕਰਦੇ ਆ ਉਹ ਅੰਮ੍ਰਿਤ ਛਕਾਉਣ ਦੀ, ਕੀ ਉਹ ਕਾਬਲ ਹੈ ਇਹ ਕੰਮ ਕਰੇ? ਪਹਿਲੀ ਗੱਲ ਤਾਂ ਇਹ ਜੀ, ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਉਹਨਾਂ ਨੂੰ ਕੋਈ ਸਿਖਲਾਈ ਪਹਿਲਾਂ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਬਾਅਦ ਦੇ ਵਿੱਚ ਕਰਨਾ ਕੀ ਹੈ। ਹਾਂਜੀ, ਨੰਬਰ 1। ਦੂਜਾ, ਉਹਨਾਂ ਦਾ ਕੋਈ ਪਤਾ, ਸਰਨਾਮਾ, ਐਡਰੈਸ ਨਹੀਂ ਰੱਖਿਆ ਜਾਂਦਾ। ਕੱਲ ਨੂੰ ਉਹਨਾਂ 'ਚੋਂ ਕੋਈ ਬੰਦਾ ਗਲਤੀ ਕਰੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਤਾਂ ਉੱਥੇ ਸਾਰਾ ਸਿੱਖ ਸਮਾਜ, ਸਿੱਖ ਪੰਥ ਜਿਹਨੂੰ ਆਪਾਂ ਕਹਿੰਦੇ ਆ, ਉਹ ਸਾਰਾ ਬਦਨਾਮ ਹੁੰਦਾ ਹੈ ਜੇ ਕੋਈ ਖੰਡੇ ਕੀ ਪਹੁਲ ਲੈ ਕੇ ਬੰਦਾ ਗਲਤੀ ਕਰਦਾ ਹੈ। ਫਿਰ ਉਹਨਾਂ ਨੂੰ ਵੱਡੀ ਛੋਟੀ ਉਮਰ ਨਹੀਂ ਦੇਖੀ ਜਾਂਦੀ। ਕਈ ਵਾਰੀ ਤਾਂ ਉਹ ਅੰਗਹੀਣ ਵੀ ਹੁੰਦੇ ਨੇ ਤੇ ਉਹਨਾਂ ਨੂੰ ਵੀ ਖੰਡੇ ਕੀ ਪਹੁਲ ਛਕਾਈ ਜਾਂਦੀ ਹੈ। ਫੌਜ ਦੇ ਵਿੱਚ ਭਰਤੀ ਹੋਣ ਦੇ ਕੋਈ ਨਿਯਮ ਹੁੰਦੇ ਨੇ, ਉਹਨਾਂ ਨਿਯਮਾਂ ਨੂੰ ਪੂਰਾ ਕਰਕੇ ਹੀ ਫੌਜ ਦੇ ਵਿੱਚ ਭਰਤੀ ਕੀਤੀ ਜਾਣੀ ਚਾਹੀਦੀ ਹੈ। ਔਰ ਜਿਹੜਾ ਭਰਤੀ ਕਰ ਰਿਹਾ ਹੈ ਉਹਦੇ ਕੋਲੇ ਕੀ ਅਧਿਕਾਰ ਹੈ ਕਿ ਮੈਂ ਫੌਜ ਬਣਾ ਲਵਾਂ ਆਪਣੀ ਤੇ ਆਪਣੇ ਨਾਲ ਹੀ ਲੋਕਾਂ ਨੂੰ ਜੋੜ ਲਵਾਂ? ਉਹ ਬਕਾਇਦਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਵੱਲੋਂ ਕੋਈ ਪੱਤਰ ਜਾਰੀ ਹੋਣਾ ਚਾਹੀਦਾ ਸੀ। ਵੈਸੇ ਤਾਂ ਸਿੱਖ ਰਹਿਤ ਮਰਿਆਦਾ 'ਚ ਮੋਟੀਆਂ-ਮੋਟੀਆਂ ਗੱਲਾਂ ਲਿਖੀਆਂ ਹੋਈਆਂ ਨੇ, ਪਰ ਫਿਰ ਵੀ ਉਹਨਾਂ ਨੂੰ ਸਖਤੀ ਨਾਲ ਇਹ ਕੰਮ ਲਾਗੂ ਕਰਨਾ ਚਾਹੀਦਾ ਹੈ ਕਿ ਜਿਹੜਾ ਬੰਦਾ ਇਹਨਾਂ ਨਿਯਮਾਂ ਦੀ ਪਾਲਣਾ ਕਰੇਗਾ, ਸਾਡੇ ਕੋਲੋਂ ਇਜਾਜ਼ਤ ਲਵੇਗਾ, ਤੇ ਉਹਨੂੰ ਹੀ ਖੰਡੇ ਕੀ ਪਹੁਲ ਚੁਕਾਉਣ ਦੀ ਇਜਾਜ਼ਤ ਹੋਵੇਗੀ। ਆਪੋ ਧਾਪੀ, ਆਪੋ ਆਪਣੀ ਫੌਜ ਬਣਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੋਵੇਗਾ। ਅੱਜ ਆਪ ਹੁਦਰਾਪਣ ਇਸੇ ਤਰ੍ਹਾਂ ਹੀ ਚਾਰੇ ਪਾਸੇ ਚੱਲਦਾ ਨਜ਼ਰ ਆ ਰਿਹਾ। ਠੀਕ ਹੈ ਜੀ। ਇੱਕ ਹੋਰ ਦੱਸੋ ਜੀ ਗੱਲ ਵੀ ਜ਼ੁਲਮ ਔਰ ਬੇਇਨਸਾਫੀ ਖਿਲਾਫ ਤੇ ਨਾਲ ਹੀ ਫਿਰਕਾ ਪ੍ਰਸਤੀ ਖਿਲਾਫ ਜਿਹੜੀ ਜੰਗ ਲੜੀ ਗਈ, ਇਹ ਤਾਂ ਕਿਸੇ ਜਾਤ ਦੇ ਖਿਲਾਫ ਨਹੀਂ ਸੀ, ਕਿਸੇ ਜਮਾਤ ਦੇ ਖਿਲਾਫ ਨਹੀਂ ਸੀ। ਹਾਂਜੀ, ਇਹ ਜ਼ਰੂਰ ਹੈ ਵੀ ਉਹਨਾਂ ਦਾ ਜਿਹੜਾ ਇੱਕ ਨਿਸ਼ਾਨਾ ਸੀ ਗੁਰੂ ਸਾਹਿਬਾਨ ਦਾ, ਉਹ ਇੱਕ ਸਾਹਮਣੇ ਜਿਹੜੇ ਫਿਰਕਾ ਪ੍ਰਸਤ ਤਾਕਤਾਂ ਆ ਜਾਂ ਉਸ ਵੇਲੇ ਦੀਆਂ ਹਕੂਮਤਾਂ ਆ ਜਿਹੜਾ ਜ਼ੁਲਮ ਕਰਦੀਆਂ ਸੀ ਜਾਂ ਧੱਕੇ ਦੇ ਨਾਲ ਉਹ ਕਿਸੇ ਦਾ ਧਰਮ ਪਰਿਵਰਤਨ ਕਰਦੇ ਸੀ, ਉਹਨਾਂ ਨੇ ਲੰਬੇ ਹੱਥੀ ਤਰੀਕੇ ਨਾਲ ਪਹਿਲਾਂ ਸਮਝਾਇਆ, ਫਿਰ ਉਹਨਾਂ ਨੇ ਲੜਾਈਆਂ ਵੀ ਲੜੀਆਂ ਔਰ ਉਹਨਾਂ ਨੇ ਫਿਰ ਜਿਹੜੇ ਉਹਦਾ ਨਤੀਜਾ ਵੀ ਕੱਢਿਆ ਜਿਹੜਾ ਕਿ ਸਾਡੇ ਸਾਹਮਣੇ ਇਤਿਹਾਸ ਸਿਰਜਿਆ। ਪਰ ਲੇਕਿਨ ਅੱਜ ਜੋ ਕੁਝ ਹੋ ਰਿਹਾ ਜੀ, ਉਹਦੇ ਵਿੱਚ ਕਈ ਵਾਰੀ ਖੁਦ ਹੀ ਅਸੀਂ ਲੋਕ ਜ਼ੁਲਮ ਕਰਦੇ ਹਾਂ, ਖੁਦ ਹੀ ਬੇਇਨਸਾਫੀਆਂ ਕਰਦੇ ਹਾਂ, ਖੁਦ ਹੀ ਅਸੀਂ ਸਰਕਾਰਾਂ ਬਣਾ ਕੇ ਸਿੱਖ ਆਪਣੇ ਦਾੜੀਆਂ ਕੇਸ ਰੱਖ ਕੇ ਲੋਕਾਂ ਨੂੰ ਲੁੱਟਦੇ ਹਾਂ। ਇਹ ਤਾਂ ਫਿਰ ਉਹ ਗੱਲ ਤਾਂ ਹੋਈ ਨਹੀਂ, ਨੇੜੇ ਤੇੜੇ ਵੀ ਨਹੀਂ ਹੈ ਜੀ। ਉਹਨਾਂ ਦੀ ਕੀਤੀ ਕਰਾਈ ਨੂੰ ਮਿੱਟੀ 'ਚ ਰੋਲਿਆ ਜਾ ਰਿਹਾ ਜੀ। ਇਹਦੇ ਬਾਰੇ ਕੁਝ ਬਿਆਨ ਕਰੋ ਜੀ। ਇੱਕ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਗੁਰੂ ਸਾਹਿਬ ਨੇ ਆਪ ਲਿਖਿਆ, ਸਾਡੇ ਕੋਲੇ ਸ਼ੁੱਧ ਰੂਪ 'ਚ ਪਹੁੰਚਾ ਦਿੱਤਾ, ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ। ਇਹਦੇ ਵਿੱਚ ਜੇ ਅਸੀਂ ਸੱਚੀ ਮੁੱਚੀ ਗੁਰਬਾਣੀ ਤੋਂ ਅਗਵਾਈ ਲੈ ਕੇ ਚੱਲੀਏ
ਤਾਂ ਇਹਦੇ ਵਿੱਚ 15 ਬ੍ਰਾਹਮਣਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ, ਜਿਹਨੂੰ ਆਪਾਂ ਕਹਿੰਦੇ ਨਾ ਬ੍ਰਾਹਮਣ ਸਾਰੇ ਬੁਰੇ ਨਹੀਂ ਹੁੰਦੇ। ਜਿਹੜਾ ਸਾਨੂੰ ਕੁਰਾਹੇ ਪਾਉਂਦਾ ਜਾਂ ਲੁੱਟ ਕੇ ਖਾਂਦਾ ਉਹ ਹੋ ਸਕਦਾ ਹੈ ਉਹਦੇ 'ਚ ਬੁਰਾਈ ਹੋਵੇ, ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਰਾਹੀਂ ਫਟਕਾਰਾਂ ਵੀ ਪਾਈਆਂ ਨੇ। ਪਰ ਇਹ ਯਾਦ ਰੱਖਣਾ ਚਾਹੀਦਾ ਹੈ 11 ਭੱਟ ਬ੍ਰਾਹਮਣ ਸੀ, ਰਾਮਾਨੰਦ ਪਰਮਾਨੰਦ ਬ੍ਰਾਹਮਣ ਸੀ, ਇਸੇ ਤਰ੍ਹਾਂ 15 ਦੇ ਨੇੜੇ ਤੇੜੇ ਬ੍ਰਾਹਮਣ ਜਾਤੀ ਦੇ ਲੋਕੀ ਸੀ ਜਿਹੜੇ ਉਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ। ਫਿਰ ਜਾਤ ਪਾਤ ਨੂੰ ਮਿਟਾਉਣ ਵਾਸਤੇ ਇੱਥੇ ਸ਼ੂਦਰਾਂ ਦੀ ਬਾਣੀ ਭਾਵ ਕਿ ਰਵਿਦਾਸ ਦੀ, ਕਬੀਰ ਦੀ, ਨਾਮਦੇਵ ਦੀ ਅਤੇ ਇੱਕ ਜੱਟ ਦੀ ਵੀ, ਇਹਨਾਂ ਸਾਰਿਆਂ ਦੀ ਬਾਣੀ ਲੈਣ ਦਾ ਭਾਵ ਇੱਕ ਤਾਂ ਵਿਚਾਰਧਾਰਕ ਤੌਰ ਤੇ ਅਸੀਂ ਇੱਕਮਿਕ ਹੋਈਏ। ਇੱਕ ਅਲੱਗ-ਅਲੱਗ ਸੂਬਿਆਂ ਦੇ ਸਾਰੇ ਭਗਤ ਸੀ ਇਹ, ਤੇ ਫਿਰ ਅਲੱਗ-ਅਲੱਗ ਜਾਤਾਂ ਦੇ ਸੀ ਇਹ। ਗੁਰੂ ਸਾਹਿਬ ਤਾਂ ਜਾਤਾਂ ਪਾਤਾਂ ਦੇ, ਇਲਾਕਿਆਂ ਦੇ, ਬੋਲੀਆਂ ਦੇ ਬੰਧਨ ਤੋੜ ਕੇ ਸਾਨੂੰ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਇਕੱਠੇ ਕਰਨੇ ਚਾਹ ਰਹੇ ਨੇ, ਤੇ ਉਹਨਾਂ ਨੇ ਪ੍ਰੈਕਟੀਕਲ ਤੌਰ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਰੱਖ ਦਿੱਤਾ। ਅੱਜ ਜਿਹੜੀ ਖੰਡੇ ਕੀ ਪਾਹੁਲ ਜਿਹੜੀ ਹੈ ਇਹ ਵੀ ਸਾਨੂੰ ਇੱਕ ਮਿਕਤਾ ਕਰਨ ਵਾਸਤੇ, ਭਾਵ ਕਿ ਇਹਦੇ ਵਿੱਚ ਕਿਸੇ ਦੀ ਜਾਤ ਨਹੀਂ ਪੁੱਛੀ ਜਾਣੀ ਚਾਹੀਦੀ। ਜਦੋਂ ਵੀ ਖੰਡੇ ਕੀ ਪਾਹੁਲ ਦਿੱਤੀ ਜਾਂਦੀ ਹੈ ਬਰਾਬਰ ਭੈਣ ਭਰਾ ਬਣਾਉਣਾ ਹੈ ਸਾਨੂੰ। ਅਗਲੀ ਗੱਲ ਰਹੀ ਇੱਕ ਆ ਉੱਚੀ ਜਾਤ ਦਾ, ਆ ਨੀਵੀਂ ਜਾਤ ਦਾ, ਦੂਜੀ ਜਾਤ ਵਾਲੇ ਨਾਲ ਨਫ਼ਰਤ ਕਰਨੀ, ਜਿਵੇਂ ਕਿ ਅੱਜ ਤੱਕ ਕੁਝ ਡੇਰਿਆਂ 'ਚ, ਸਿੱਖਾਂ ਦੇ ਗੁਰਦੁਆਰਿਆਂ 'ਚ ਅੱਜ ਤੱਕ ਹੋ ਰਿਹਾ ਹੈ। ਅਛੂਤ ਜਾਤੀ ਵਾਲੇ ਜਿਹਨੂੰ ਆਖਿਆ ਜਾਂਦਾ ਹੈ, ਉਹਨਾਂ ਦੇ ਲੰਗਰ ਛਕਾਉਣ ਲੱਗੇ ਭਾਂਡੇ ਅਲੱਗ ਰੱਖੇ ਪਏ ਨੇ। ਕਈ ਵਾਰੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਹੀਂ ਦਿੱਤਾ ਜਾਂਦਾ, ਤੇ ਕਈ ਵਾਰੀ ਉਹਨਾਂ ਦੀਆਂ ਜਿਹੜੇ ਸ਼ਮਸ਼ਾਨ ਘਾਟ ਨੇ ਉਹ ਵੀ ਅਲੱਗ ਬਣੇ ਹੋਏ ਨੇ। ਸਾਡੇ ਵਾਸਤੇ, ਸਿੱਖਾਂ ਵਾਸਤੇ ਇਹ ਸ਼ਰਮਨਾਕ ਗੱਲ ਹੈ ਕਿ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸਦਾ ਬਾਹਰਾ ਜੀਓ, ਇੱਕ ਵਾਰੀ ਤਾਂ ਇਹ ਸਾਰੀਆਂ ਗੱਲਾਂ ਸਟੇਜਾਂ ਤੇ ਬੋਲਣੀਆਂ, ਤੇ ਦੂਜੇ ਪਾਸੇ ਇਹਨਾਂ ਦੇ ਨਾਲ ਵਿਤਕਰਾ ਕਰਨਾ, ਇਹਨਾਂ ਨੂੰ ਬਰਾਬਰ ਨਾ ਮੰਨਣਾ। ਗੁਰੂ ਸਾਹਿਬ ਨੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਜਾਤ ਕਰਕੇ, ਧਰਮ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਜਿਹੜਾ ਵੀ ਕਿਸੇ ਧਰਮ ਨੂੰ ਮੰਨਦਾ ਉਹਨੂੰ ਮੰਨਣ ਦਿਓ, ਪਿਆਰ ਦੇ ਨਾਲ ਸਮਝਾ ਕੇ। ਜੇ ਕੋਈ ਇਸ ਨੇਕ ਰਾਹ ਤੇ ਆਉਂਦਾ ਖੁਸ਼ੀ ਦੀ ਗੱਲ ਹੈ, ਪਰ ਧੱਕਾ ਨਾ ਕੋਈ ਬਗਾਨਾ ਸਾਡੇ ਤੇ ਕਰੇ ਤੇ ਨਾ ਅਸੀਂ ਕਿਸੇ ਤੇ ਕਰੀਏ। ਅਸੀਂ ਆਪ ਪੂਰੇ ਪਿਆਰ ਦੇ ਨਾਲ ਸਮਾਜ ਦੇ ਵਿੱਚ ਰਹੀਏ ਤੇ ਪਿਆਰ ਦੇ ਨਾਲ ਹੀ ਦੂਜਿਆਂ ਨੂੰ ਰਹਿਣ ਦੀ ਆਗਿਆ ਦਈਏ। ਇਹ ਜਿਹੜੀਆਂ ਧਰਮ ਦੇ ਨਾਂ ਤੇ ਨਫ਼ਰਤਾਂ ਪੈਦਾ ਕੀਤੀਆਂ ਜਾ ਰਹੀਆਂ ਨੇ, ਇਹ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਠੀਕ ਹੈ ਜੀ, ਬਹੁਤ ਅੱਛਾ ਤੁਸੀਂ ਬਿਆਨ ਕੀਤਾ। ਇੱਕ ਆਖਰੀ ਸਵਾਲ ਹੈ ਜੀ, ਉਹ ਇਹ ਹੈ ਕਿ ਜਿਹੜਾ ਉਸ ਸਮੇਂ ਧਰਮ ਸੀ, ਜਿੱਦਾਂ ਮੀਰੀ ਪੀਰੀ ਦੀ ਗੱਲ ਕੀਤੀ ਜਾਂਦੀ ਹੈ, ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀ ਗੱਲ ਕੀਤੀ ਹੈ, ਉਹਨੂੰ ਬੜਾ ਇਹ ਲੈ ਕੇ ਆਧਾਰ ਬਣਾ ਕੇ ਫਿਰ ਆਪਣੀ ਜਿਹੜੀ ਗੱਲ ਅੱਜ ਦੇ ਪ੍ਰਸੰਗ ਦੇ ਵਿੱਚ ਜੋੜਦੇ ਆ ਕਿ ਉਸ ਵੇਲੇ ਦਾ ਧਰਮ ਤੇ ਅੱਜ ਦਾ ਧਰਮ, ਮੈਂ ਤਾਂ ਕਹਾਂਗਾ ਇਹ ਧਰਮ ਚੱਲ ਰਿਹਾ ਜੀ ਹੁਣ ਤਾਂ। ਧਰਮ ਤਾਂ ਉਦੋਂ ਸੀਗਾ ਨਾ, ਉਹਦੇ ਹੇਠਾਂ ਰਾਜਨੀਤੀ ਹੁੰਦੀ ਸੀ। ਹੁਣ ਭ੍ਰਿਸ਼ਟ ਰਾਜਨੀਤੀ ਦੇ ਹੇਠਾਂ ਧਰਮ ਜਿਹੜਾ ਆ ਉਹਦਾ ਮਲੀਆ ਮੇਟ ਕਰ ਦਿੱਤਾ ਗਿਆ, ਔਰ ਬਹੁਤ ਜ਼ਿਆਦਾ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਉਹ ਇਸੇ ਕਰਕੇ ਹੋ ਰਹੀਆਂ ਵੀ ਜਿਹੜੀ ਰਾਜਨੀਤੀ ਆ ਉਸਨੇ ਸਾਰੇ ਧਰਮਾਂ ਦੇ ਵਿੱਚ ਦਖਲ ਦੇ ਕੇ, ਮੈਂ ਇਹੀ ਨਹੀਂ ਕਹਿੰਦਾ ਵੀ ਇਕੱਲਾ ਆਪਣਾ ਸਿੱਖ ਧਰਮ ਦੀ ਗੱਲ ਆ, ਜਿੰਨੇ ਵੀ ਦੁਨੀਆ ਦੇ ਵਿੱਚ ਧਰਮ ਆ ਉਹਨਾਂ ਨੂੰ ਰਾਜਨੀਤੀ ਜਿਹੜੀ ਆ ਹੈਂਡਲ ਕਰ ਰਹੀ ਆ, ਜਿਹੜਾ ਕਿ ਬਹੁਤ ਮਾੜਾ ਜਿਹੜਾ ਪ੍ਰਭਾਵ ਜਾ ਰਿਹਾ। ਉਹ ਲੋਕਾਂ ਦੇ ਜਿਹੜੀਆਂ ਮਿੱਥਾਂ ਸੀਗੀਆਂ ਜਾਂ ਲੋਕਾਂ ਦੇ ਵਿੱਚ ਜਿਹੜੀਆਂ ਧਰਮ ਦੀਆਂ ਕੁਝ ਚੰਗੀਆਂ ਜਿਹੜੀਆਂ ਸਮਾਜ ਸੁਧਾਰਕ ਗੱਲਾਂ ਸੀਗੀਆਂ, ਉਹਨਾਂ ਦੀ ਜਗ੍ਹਾ ਦੇ ਉੱਤੇ ਧਰਮ ਜਿਹੜਾ ਆ ਰਾਜਨੀਤੀ ਦਾ ਹੋ ਕੇ ਤੇ ਦੂਜਿਆਂ ਪ੍ਰਤੀ ਨਫ਼ਰਤ ਦਾ ਇੱਕ ਸਾਧਨ ਬਣ ਕੇ ਰਹਿ ਗਿਆ। ਇਸ ਕਰਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਦੇ ਬਾਰੇ ਦੱਸੋ ਕਿ ਕੀ ਰਾਜਨੀਤੀ ਨਾਲ ਧਰਮ ਚਲਾਇਆ ਜਾ ਸਕਦਾ। ਹਾਂ, ਇੱਥੇ ਨਾ ਇੱਕ ਉਦਾਹਰਣ ਤੁਹਾਨੂੰ ਮੈਂ ਦੇਵਾਂਗਾ। ਪੱਛਮੀ ਮੁਲਕਾਂ ਦੇ ਵਿੱਚੋਂ ਗੋਰਿਆਂ ਨੇ ਪਹਿਲਾਂ, ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਧਰਮ ਨੂੰ ਰਾਜਨੀਤੀ ਤੋਂ ਤਕਰੀਬਨ ਵੱਖਰਾ ਕਰ ਦਿੱਤਾ, ਤੇ ਉਹਨਾਂ ਨੇ ਸਕੂਲ ਕਾਲਜ ਆਪਣੇ ਧਰਮ ਅਦਾਰਿਆਂ ਤੋਂ ਵੱਖਰੇ ਖੋਲ੍ਹ ਲਏ, ਤੇ ਉਹਨਾਂ ਨੇ ਲੋਕਾਂ ਦੇ ਮਨਾਂ 'ਚ ਇਹ ਗੱਲ ਬਿਠਾ ਦਿੱਤੀ ਕਿ ਧਰਮ ਨੂੰ ਆਪਣਾ ਕੰਮ ਕਰਨ ਦਿਓ, ਆਪਾਂ ਸਮਾਜ ਨੂੰ ਸੁਧਾਰਨ ਦਾ, ਵਿਗਿਆਨ ਦਾ ਤੇ ਹੋਰ ਜਿਹੜੇ ਰਾਜਨੀਤੀ ਦਾ ਉਹ ਕੰਮ ਸਕੂਲਾਂ ਕਾਲਜਾਂ ਦੇ ਰਾਹੀਂ ਕਰਨਾ ਹੈ। ਤੇ ਹੌਲੀ ਹੌਲੀ ਸਮਾਂ ਪਾ ਕੇ ਜਦੋਂ ਉਹਨਾਂ ਦੇ ਪੋਪ ਨਾਰਾਜ਼ ਹੋਏ ਇਹਨਾਂ ਗੱਲਾਂ ਤੋਂ, ਤੇ ਤਾਕਤਵਰ ਧਿਰਾਂ ਨੇ ਜਿਹੜੀਆਂ ਰਾਜਨੀਤੀ ਤੇ ਕਾਬਜ਼ ਹੋ ਚੁੱਕੀਆਂ ਸਨ, ਉਹਨਾਂ ਨੇ ਵੈਟੀਕਨ ਸਿਟੀ ਇਟਲੀ ਦੇ ਵਿੱਚ ਜਿਹੜਾ ਪੁਜਾਰੀਆਂ ਦਾ ਇੱਕ ਰਾਜਧਾਨੀ ਬਣਾ ਦਿੱਤੀ, ਜਿਹਨੂੰ ਵੈਟੀਕਨ ਸਿਟੀ ਕਹਿੰਦੇ ਨੇ, ਪਵਿੱਤਰ ਸ਼ਹਿਰ। ਉਹਨਾਂ ਨੂੰ ਉਸ ਦੇਸ਼ ਦਾ ਇੱਕ ਦਰਜਾ ਦੇ ਦਿੱਤਾ ਕਿ ਤੁਸੀਂ ਇਹ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਆਪਣੇ ਹੁਕਮ ਚਲਾਓ, ਆਪਣਾ ਧਰਮ ਪ੍ਰਚਾਰ ਕਰੋ, ਤੇ ਜੋ ਮਰਜ਼ੀ ਤੁਸੀਂ ਆਪਸ ਵਿੱਚ ਵਿਚਾਰ ਵਟਾਂਦਰਾ ਕਰੋ। ਜਿਹਨੇ ਆ ਕੇ ਤੁਹਾਡੇ ਤੋਂ ਹੁਕਮ ਲੈਣੇ ਨੇ ਉਹ ਇੱਥੇ ਆ ਕੇ ਲੈ ਲਊਗਾ, ਤੁਸੀਂ ਬਾਹਰ ਲੋਕਾਂ ਦੀ ਜ਼ਿੰਦਗੀ 'ਚ ਦਖਲ ਨਹੀਂ ਦੇਣਾ। ਉਹਨਾਂ ਨੇ ਵੈਟੀਕਨ ਸਿਟੀ ਬਣਾ ਦਿੱਤੀ ਹੈ।
ਤਾਂ ਸਾਡੇ ਦੇਸ਼ਾਂ ਦੇ ਵਿੱਚ ਵੀ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਜਾਂ ਹਿੰਦੂ ਸਮਾਜ ਦੇ ਵਿੱਚ ਕਾਂਸ਼ੀ ਹੈ, ਬਨਾਰਸ ਹੈ, ਇਹਨਾਂ ਨੂੰ ਵੀ ਚਾਹੀਦਾ ਕਿ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਿੱਧਾ ਦਖਲ ਨਾ ਦੇਣ। ਜਿਹੜਾ ਪੁਜਾਰੀ ਨੇ ਕੰਮ ਕਰਨਾ ਹੈ, ਸਿੱਖਾਂ ਵੱਲੋਂ ਅੰਮ੍ਰਿਤਸਰ ਦਾ ਦਾਇਰਾ ਮਿੱਥ ਦੇਣ ਕਿ ਤੁਸੀਂ ਇਸ ਦਾਇਰੇ ਦੇ ਅੰਦਰ ਰਹਿ ਕੇ ਆਪਣਾ ਕੰਮ ਜੋ ਮਰਜ਼ੀ ਕਰੋ, ਬਾਹਰ ਲੋਕਾਂ ਦੀ ਜ਼ਿੰਦਗੀ 'ਚ ਦਖਲ ਨਾ ਦਿਓ। ਇਸੇ ਤਰ੍ਹਾਂ ਆਪਣੇ ਹਿੰਦੂ ਭਰਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਸਕਦਾ ਹੈ। ਰਾਜਨੀਤੀ ਨੂੰ ਧਰਮ ਤੋਂ ਬਿਲਕੁਲ ਅਲੱਗ ਕਰ ਦੇਣਾ ਚਾਹੀਦਾ ਹੈ ਤਾਂ ਕਿ ਰਾਜਨੀਤੀ ਜਿਵੇਂ ਉਹਨਾਂ ਦੇਸ਼ਾਂ ਨੇ ਤਰੱਕੀ ਕੀਤੀ ਹੈ ਹਰ ਕੰਮ ਦੇ ਵਿੱਚ, ਪੱਛਮੀ ਮੁਲਕਾਂ ਨੇ, ਤਾਂ ਅਸੀਂ ਵੀ ਤਰੱਕੀ ਕਰ ਸਕੀਏ। ਸਾਡੇ ਦੇਸ਼ ਦੇ ਵਿੱਚ ਧਰਮ ਨੂੰ ਰਾਜਨੀਤੀ ਵਾਸਤੇ ਵਰਤਿਆ ਜਾ ਰਿਹਾ ਹੈ ਤੇ ਚਾਹੀਏ ਤਾਂ ਇਹ ਸੀ ਕਿ ਧਰਮ ਆਪਣਾ ਕੰਮ ਅਲੱਗ ਕਰਦਾ ਰਹਿੰਦਾ ਤੇ ਰਾਜਨੀਤੀ ਦਾ ਕੰਮ ਹੈ ਅੱਜ ਫੌਜ ਰੱਖਣੀ, ਪੁਲਿਸ ਰੱਖਣੀ, ਕਾਨੂੰਨ ਬਣਾਉਣਾ, ਅਦਾਲਤਾਂ ਕਾਇਮ ਕਰਨੀਆਂ, ਹਸਪਤਾਲ ਬਣਾਉਣੇ, ਲੋਕ ਭਲਾਈ ਦੇ ਅਨੇਕਾਂ ਕੰਮ ਨੇ ਉਹ ਕਰਨੇ। ਧਰਮ ਵਾਲੇ ਆਪਣੇ ਖੇਤਰ ਜਿਹੜਾ ਕੰਮ ਕਰਨਾ ਕਰੀ ਜਾਣ, ਪਰ ਸਰਕਾਰਾਂ ਨੇ ਵੱਡੇ ਪੈਮਾਨੇ ਤੇ, ਕਿਉਂਕਿ ਸਰਕਾਰਾਂ ਕੋਲੇ ਵੱਡੇ ਸਾਧਨ ਨੇ, ਧਰਮ ਤੋਂ ਵੱਖਰਾ ਹੋ ਕੇ ਆਪਣਾ ਲੋਕ ਭਲਾਈ ਦਾ ਕੰਮ ਕਰਨਾ ਹੈ ਤੇ ਧਰਮ ਦੀ ਦੁਰਵਰਤੋਂ ਬਿਲਕੁਲ ਨਹੀਂ ਹੋਣੀ ਚਾਹੀਦੀ। ਉਹਦੇ ਦਾਇਰੇ ਨਿਸ਼ਚਿਤ ਹੋਣ ਕਿ ਤੁਸੀਂ ਆਪਣਾ ਕੰਮ ਇਸ ਦਾਇਰੇ ਤੱਕ ਕਰਨਾ ਹੈ ਤੇ ਅਸੀਂ ਆਪਣਾ ਕੰਮ ਇਸ ਦਾਇਰੇ ਤੱਕ ਕਰਨਾ ਹੈ। ਇਦਾਂ ਦਾ ਕੁਝ ਨਿਯਮ ਬਣਨੇ ਚਾਹੀਦੇ ਨੇ। ਰਾਜਨੀਤਿਕ ਲੋਕਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ। ਬਹੁਤ ਅੱਛਾ ਜੀ, ਤੁਸੀਂ ਸਮਾਂ ਕੱਢਿਆ ਤੇ ਸ਼ੀਸ਼ਾ ਅਦਾਰਾ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਤੇ ਫਿਰ ਅੱਗੇ ਤੁਹਾਡੇ ਨਾਲ ਹੋਰ ਇਸ ਤਰ੍ਹਾਂ ਤੁਹਾਡਾ ਲਾਭ ਲੈਂਦੇ ਰਵਾਂਗੇ ਅਸੀਂ ਤੁਹਾਡੀ ਵਿਦਵਤਾ ਦਾ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।